BP ਉਹਨੂੰ ਜ਼ਿਆਦਾ ਹੋਏਗਾ, ਹਾਰਟ ਅਟੈਕ ਉਹਨੂੰ ਜ਼ਿਆਦਾ ਹੋਏਗਾ, ਡਾਇਬਟੀਜ਼ ਉਹਨੂੰ ਜ਼ਿਆਦਾ ਹੋਏਗੀ, ਗੋਡੇ ਉਹਦੇ ਜਲਦੀ ਖਰਾਬ ਹੋਣਗੇ, ਮਸਲ ਉਹਦੇ ਜਲਦੀ ਖਰਾਬ ਹੋਣਗੇ। ਸੋ ਸਾਰੀਆਂ ਉਹ ਮੈਮਰੀ ਉਹਦੀ ਖਰਾਬ ਹੋਈ। ਤਾਂ ਉਹ ਮੋਟਾਪਾ ਜਿਹੜਾ ਬੇਸਿਕਲੀ ਇੱਕ ਜਿਹਨੂੰ ਕਹਿੰਦੇ ਰੂਟ ਕਾਜ਼ ਹੈ। ਸਿਮਿਲਰਲੀ ਡਾਇਬਟੀਜ਼ ਰੂਟ ਕਾਜ਼ ਹੈ, BP ਰੂਟ ਕਾਜ਼ ਹੈ। ਲੇਕਿਨ ਕਿਤੇ ਨਾ ਕਿਤੇ ਆਪਾਂ ਜੇ ਪਿੱਛੇ ਜਾਵਾਂਗੇ ਤਾਂ ਇਹਨਾਂ ਦੀ ਸਾਂਝੀ ਗੱਲ ਕੀ ਆਊਗੀ ਕਿ ਸਾਡੀ ਬਾਡੀ ਐਜ਼ ਏ ਹੋਲ ਹੈਲਦੀ ਨਹੀਂ ਹੈ, ਹੈਲਦੀ ਨਹੀਂ ਹੈ, ਸਿਹਤਮੰਦ ਨਹੀਂ ਹੈ। ਉਹਦੇ ਅੰਦਰ ਉਹ ਸ਼ਕਤੀ ਜਿਹੜੀ ਕੁਦਰਤ ਨੇ ਦਿੱਤੀ ਸੀ, ਅਸੀਂ ਕਿਤੇ ਨਾ ਕਿਤੇ ਕਮਜ਼ੋਰ ਕਰ ਲਈਏ ਆਪਣੀਆਂ ਗਲਤੀਆਂ ਕਰਕੇ। ਸੋ ਕੁਦਰਤ ਨੇ ਸਾਨੂੰ ਇੱਕ ਇਨਬਿਲਟ ਸ਼ਕਤੀ ਦਿੱਤੀ ਹੁੰਦੀ ਹੈ। ਜਦੋਂ ਕੁਦਰਤ ਸਾਨੂੰ ਸਾਡੀ ਸਟਰਕਚਰਿੰਗ ਕਰਦੀ ਹੈ ਅਤੇ ਸਾਨੂੰ ਪਾਲਦੀ ਹੈ, ਤਾਂ ਉਹਨੇ ਇੱਕ ਸਾਡੇ ਅੰਦਰ ਇੱਕ ਜਿਹਨੂੰ ਕਹਿੰਦੇ ਆ ਸੋਫਟਵੇਅਰ ਫੀਡ ਕੀਤਾ ਹੋਇਆ ਕਿ ਇਸ ਵਿਅਕਤੀ ਨੂੰ 100-125 ਸਾਲ ਲਈ ਤੰਦਰੁਸਤ ਰੱਖਣਾ, ਕਿਉਂਕਿ ਉਨੀ ਉਮਰ ਸਾਡੀ ਉਹਨਾਂ ਨੇ ਡਿਫਾਈਨ ਕਰਤੀ। ਨੇਚਰ ਨੇ ਸਾਡੀ ਉਮਰ ਡਿਫਾਈਨ ਕਰਤੀ ਵੀ 125 ਸਾਲ ਲਈ ਬੰਦੇ ਦੀ ਰਚਨਾ ਕਰਨੀ ਹੈ। 125 ਸਾਲ ਕੁਦਰਤ ਫਿਰ ਹਰ ਢਿੱਲ ਲਾਉਂਦੀ ਹੈ ਕਿ ਉਹ ਠੀਕ ਰਹੇ। ਉਹ ਠੀਕ ਕਦੋਂ ਨਹੀਂ ਰਹਿੰਦਾ? ਜਦੋਂ ਅਸੀਂ ਕੋਈ ਨਾ ਕੋਈ ਨੇਚਰ ਦੇ ਨਿਯਮ ਨੂੰ ਦੀ ਪਾਲਣਾ ਨਹੀਂ ਕਰਦੇ, ਕੋਈ ਨਾ ਕੋਈ ਗਲਤੀ ਕਰਦੇ ਹਾਂ। ਕੋਈ ਨਾ ਕੋਈ ਜਿਹੜਾ ਜ਼ਿਆਦਾ ਗਲਤੀ ਜ਼ਰੂਰੀ ਨਹੀਂ, ਗਲਤੀ ਬੰਦਾ ਵਿਅਕਤੀਗਤ ਤੌਰ 'ਤੇ ਹੀ ਕਰਦਾ। ਇੱਕ ਜਿਹੜਾ ਸਿਸਟਮ ਹੁੰਦਾ ਜਿਵੇਂ ਹੈਲਥ ਕੇਅਰ ਸਿਸਟਮ ਇਟ ਸੈਲਫ ਹੈ, ਉਹਦੀ ਬਹੁਤ ਸਾਰੀਆਂ ਰੋਂਗ ਨੋਸ਼ਨ 'ਤੇ ਬਣਿਆ ਹੋਇਆ। ਉਹ ਸਾਰੀਆਂ ਰੋਂਗ ਨੋਸ਼ਨ ਜਿਹੜੀਆਂ 10 ਸਾਲ ਬਾਅਦ ਜਾ ਕੇ ਉਲਟਾ ਹੋ ਜਾਂਦੀਆਂ ਨੇ। ਪਹਿਲਾਂ ਕਹਿੰਦੇ ਸੀ ਘਿਓ ਨਹੀਂ ਖਾਣਾ ਚਾਹੀਦਾ, ਹੁਣ ਕਹਿੰਦੇ ਘਿਓ ਖਾ ਲਓ ਕੋਈ ਗੱਲ ਨਹੀਂ। ਪਹਿਲਾਂ ਉਹ ਚੀਨੀ ਲਿਆਏ, ਕਦੀ ਤੇਲਾਂ ਨੂੰ ਰਿਫਾਈਨਡ ਕਰਤਾ, ਕਦੀ ਕੋਈ ਇਹੋ ਜਿਹਾ ਸਿਸਟਮ ਵੀ ਕਰਦਾ। ਦਵਾਈਆਂ ਕੈਮੀਕਲ ਦਵਾਈਆਂ ਦਾ ਵਰਤਾਰਾ ਜਿਹੜਾ ਆਪਣੇ ਆਪ 'ਚ ਉਹ ਵੀ ਕਰਦਾ। ਜੇ ਤੁਸੀਂ ਸਭਾ ਸਾਰੀਆਂ ਕੈਮੀਕਲ ਦਵਾਈਆਂ ਖਾਈ ਜਾਂਦੇ ਹੋ, ਉਹ ਇਟ ਸੈਲਫ ਹੀ ਬਿਮਾਰੀ ਹੈ, ਕਿਉਂਕਿ ਇਟ ਸੈਲਫ ਹੀ ਵੀਕਰ ਨਹੀਂ ਆ, ਉਹ ਕੈਮੀਕਲ ਨੇ। ਉਹ ਬਾਡੀ ਵਾਸਤੇ ਜ਼ਹਿਰ ਹੈ। ਬਾਡੀ ਵਾਸਤੇ ਕੋਈ ਵੀ ਮੈਨਮੇਡ ਕੈਮੀਕਲ ਜਿਹੜਾ ਹੁੰਦਾ ਉਹ ਜ਼ਹਿਰ ਹੁੰਦਾ। ਬਾਡੀ ਨੂੰ ਕਦੀ ਐਕਸੈਪਟ ਨਹੀਂ ਕਰਦੀ, ਓਨ ਹੀ ਨਹੀਂ ਕਰਦੀ ਉਹਨੂੰ। ਬਾਡੀ ਓਨ ਕਰਦੀ ਸਿਰਫ ਫੂਡ ਨੂੰ ਜਾਂ ਪਾਣੀ ਨੂੰ ਜਾਂ ਹਵਾ ਨੂੰ। ਬਾਡੀ ਵਾਸਤੇ ਜਿਹੜੀ ਹੈਲਥ ਹੈ, ਬਾਡੀ ਵਾਸਤੇ ਹੈਲਥ ਕੀ ਹੈ? ਉਹਦੀ ਹਵਾ ਹੈ ਉਹਦਾ ਬੇਸ ਜਿਹੜਾ ਰਾ ਮਟੀਰੀਅਲ ਹੈ। ਬਾਡੀ ਨੂੰ ਸਿਹਤਮੰਦ ਰਹਿਣ ਲਈ ਰਾ ਮਟੀਰੀਅਲ ਕੀ ਚਾਹੀਦਾ? ਹਵਾ ਚਾਹੀਦੀ ਹੈ, ਪਾਣੀ ਚਾਹੀਦਾ ਅਤੇ ਇੱਕ ਸੰਤੁਲਿਤ ਭੋਜਨ ਚਾਹੀਦਾ। ਔਰ ਭੋਜਨ ਵੀ ਚਾਹੀਦਾ ਕਿੱਦਾਂ ਦਾ? ਜਿਹੜਾ ਨੇਚਰ 'ਚ ਜਿੱਦਾਂ ਨੇਚਰ ਨੇ ਪੈਦਾ ਕੀਤਾ, ਉਹਦੀ ਬਹੁਤੀ ਮੋਡੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਬਾਕੀ ਸਾਰੇ ਜਾਨਵਰ ਨੈਚੁਰਲ ਭੋਜਨ ਖਾਂਦੇ ਆ ਬੰਦੇ ਨੂੰ ਛੱਡ ਕੇ। ਬੰਦਾ ਇੱਕ ਇਹੋ ਜਿਹਾ ਜੀਵ ਪੈਦਾ ਹੋ ਗਿਆ ਜਿਹੜਾ ਕਿ ਭੋਜਨ ਨੂੰ ਬਹੁਤ ਜ਼ਿਆਦਾ ਮੋਡੀਫਾਈ ਕਰਦਾ। ਸੋ ਬੰਦੇ ਨੂੰ ਇਸ ਕਰਕੇ ਬਿਮਾਰੀਆਂ ਜ਼ਿਆਦਾ ਲੱਗਦੀਆਂ, ਜਾਨਵਰਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ। ਜਾਨਵਰ ਆਪਣੀ ਪੂਰੀ ਉਮਰ ਭੋਗ ਕੇ ਹੀ ਜਾਂਦੇ ਆ। ਇੱਕ ਚੀਜ਼ ਹੁਣ ਦੱਸੋ, ਕੁਛ ਦਰਸ਼ਕਾਂ ਦੀ ਡਿਮਾਂਡ ਸੀਗੀ, ਮੈਂ ਦਰਸ਼ਕਾਂ ਦੀ ਡਿਮਾਂਡ ਦੇ ਅਨੁਸਾਰ ਤੁਹਾਨੂੰ ਸਵਾਲ ਪੁੱਛਣ ਲੱਗਿਆ ਕਿ ਪੋਲਿਪਸ ਜਿਹੜੇ ਨੇ, ਗੱਠਾਂ ਜਿਹੜੀਆਂ ਨੇ, ਜਿਵੇਂ ਗੋਲ ਬਲੈਡਰ ਦੀਆਂ, ਪਿੱਤੇ ਦੀ ਜਿਹੜੀਆਂ ਉਹ ਗੱਠਾਂ ਨੇ, ਜਾਂ ਯੂਟਰਸ ਦੀਆਂ ਜਿਹੜੀਆਂ ਗੱਠਾਂ ਨੇ, ਜਾਂ ਰੈਕਟਮ ਯਾਨੀ ਵੱਡੀ ਆਂਤ ਦੀਆਂ ਜਿਹੜੀਆਂ ਗੱਠਾਂ ਨੇ, ਇਹਨਾਂ ਦੇ ਇਲਾਜ ਲਈ ਇਹਨਾਂ ਦੇ ਲਈ ਕਿੰਨਾ ਕੁ ਬੰਦੇ ਨੂੰ ਚਿੰਤਾ ਹੋਣਾ, ਕਿਹੜੀ ਹਾਲਾਤ ਦੇ ਵਿੱਚ ਬੰਦੇ ਨੂੰ ਜਿਹੜੀ ਆ ਚਿੰਤਾ ਜ਼ਿਆਦਾ ਕਰਨੀ ਚਾਹੀਦੀ? ਦੇਖੋ, ਇਹ ਗੱਠਾਂ ਬਾਰੇ ਉਦੋਂ ਚਿੰਤਾ ਕਰਨੀ ਚਾਹੀਦੀ ਜਾਂ ਤਾਂ ਉਹ ਲਾਈਫ ਥ੍ਰੈਟਨਿੰਗ ਹੋਣ, ਜਾਂ ਤੁਹਾਡੇ ਕਿਸੇ ਵਾਈਟਲ ਫੰਕਸ਼ਨ ਨੂੰ ਬਹੁਤ ਜ਼ਿਆਦਾ ਡਿਸਟਰਬ ਕਰ ਰਹੀਆਂ ਹੋਣ। सपोज यूट्रस की गठन है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप इस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में।
ਹੁਣ ਯੂਟਰਸ ਦੀ ਗੱਠ ਜਿਹੜੀ ਹੈ ਤੁਹਾਨੂੰ ਲੱਗਦਾ ਵੀ ਯੰਗ ਲੇਡੀ ਹੈ, ਗੱਠਾਂ ਹੋ ਗਈਆਂ, ਹੁਣ ਇਹਨੇ ਪ੍ਰੈਗਨੈਂਸੀ ਕਰਨੀ ਹੈ, ਕੱਲ੍ਹ ਨੂੰ ਇਹ ਗੱਠ ਜਿਹੜੀ ਉਹਦੇ ਬੱਚੇ 'ਚ ਡਿੱਕਾ ਬਣ ਸਕਦੀ ਹੈ। ਹੋ ਸਕਦਾ ਵੀ ਉਹ ਗੱਠ ਜਦੋਂ ਕੱਢ ਦੇਣ ਤਾਂ ਉਹ ਮਦਰ ਜਿਹੜੀ ਉਹਦੀ ਲਾਈਫ ਨੂੰ ਜ਼ਿਆਦਾ ਸੇਫ ਹੋ ਜਾਵੇ, ਬੱਚੇ ਵਾਸਤੇ ਵੀ ਅਤੇ ਮਾਂ ਵਾਸਤੇ ਵੀ। ਇੱਦਾਂ ਹੀ ਕੋਈ ਮੰਨ ਲਓ ਕੋਈ ਆਰਗਨ ਜਿਹੜੀ ਹੈ ਉਹ ਬਲੀਡ, ਗੋਲ ਬਲੈਡਰ ਹੈ ਉਹਦਾ ਮੰਨ ਲਓ ਕੋਈ ਐਸਾ ਫੰਕਸ਼ਨ ਡਿਸਟਰਬ ਹੋ ਰਿਹਾ ਬਹੁਤ ਜ਼ਿਆਦਾ। ਵੈਸੇ ਗੋਲ ਬਲੈਡਰ ਦੇ ਪਾਲਪ ਬਹੁਤਾ ਫੰਕਸ਼ਨ ਡਿਸਟਰਬ ਕਰਦੇ ਨਹੀਂ ਹੈ, ਪੱਥਰੀ ਕਰਦੀ ਡਿਸਟਰਬ ਬਹੁਤਾ। ਪਾਲਿਪਸ ਆਮ ਤੌਰ 'ਤੇ ਗੋਲ ਬਲੈਡਰ ਦੇ ਬਹੁਤੇ ਡਿਸਟਰਬ ਨਹੀਂ ਕਰਦੇ। ਅੰਤੜੀਆਂ ਦੇ ਪਾਲਿਪ ਜਿਹੜੇ ਨੇ ਉਹ ਡਿਸਟਰਬ ਕਰ ਸਕਦੇ, ਬਲੀਡ ਕਰ ਸਕਦੇ ਆ, ਉਹ ਕਰ ਸਕਦੇ। ਨੱਕ ਦੇ ਪਾਲਿਪ ਜਿਹੜੇ ਨੇ ਉਹ, ਪਰ ਇਹ ਪ੍ਰੋਬਲਮ ਇਹ ਹੁੰਦੀ ਹੈ ਇਹਨਾਂ ਪਾਲਿਪਸ ਦੀ, ਇਹਨਾਂ ਕਿਉਂਕਿ ਰੂਟ ਕਾਜ਼ ਤੁਸੀਂ ਰਿਮੂਵ ਨਹੀਂ ਕੀਤਾ। ਮੰਨ ਲਓ ਨੱਕ ਦੇ ਪਾਲਿਪ ਨੇ, ਉਹਦੇ ਕੁੰਨੇ ਮਰੀਜ਼ ਆਉਂਦੇ ਆ ਵੀ ਮੇਰੇ ਜੀ ਉਹ ਪਾਣੀ ਵਾਲੀ ਗੱਠਾਂ ਹੋ ਗਈਆਂ ਸੀ ਨੱਕ 'ਚ, ਮੈਂ ਕਢਾਈਆਂ, ਮੁੜ ਕੇ 6 ਮਹੀਨੇ ਸਾਲ ਬਾਅਦ ਫਿਰ ਹੋ ਗਈਆਂ। ਉਹ ਜਿਹਨੂੰ ਕਹਿੰਦੇ ਨੇ ਵੀ ਨੱਕ 'ਚ ਮਾਸ ਵਧਿਆ ਹੋਇਆ ਉਹੀ ਹੁੰਦਾ। ਹਾਂ ਬਿਲਕੁਲ। ਅਤੇ ਉਹ ਸਾਲ ਬਾਅਦ ਫਿਰ ਹੋ ਗਈਆਂ। ਕਿਉਂ? ਰੂਟ ਕਾਜ਼ ਤਾਂ ਰਿਮੂਵ ਨਹੀਂ ਕੀਤਾ ਸੀ। ਰੂਟ ਕਾਜ਼ ਉੱਥੇ ਦੀ ਉੱਥੇ ਹੀ ਆ, ਉਹਦੀ ਮਾੜਾ ਜਿਹਾ ਸੀਡ ਰਹਿ ਗਿਆ ਉੱਥੇ, ਉਸ ਪਾਲਿਪ ਦਾ ਨੱਕ 'ਚ ਰਹਿ ਜਾਣਾ ਉਹ, ਕਿਉਂਕਿ ਤੂੰ ਰਿਮੂਵ ਕਰੋਗੇ ਸਾਰਾ ਤਾਂ ਹੋਣਾ ਨਹੀਂ ਰਿਮੂਵ ਉਹਨੇ, ਉਹ ਮਾੜਾ ਮੋਟਾ ਰਹਿ ਜਾਏਗਾ, ਜਿੱਥੇ ਰਹਿ ਗਿਆ ਉੱਥੇ ਫਿਰ ਹੋ ਜਾਏਗਾ। ਅਤੇ ਇਸ ਕਰਕੇ ਇੱਕ ਸੇਮ ਬਾਕੀ ਗੱਠਾਂ ਬਾਰੇ ਆ। ਤੁਸੀਂ ਗੱਠ ਰਿਮੂਵ ਕਰ ਵੀ ਦਿਓਗੇ ਤਾਂ ਉਦੋਂ ਹੀ ਰਿਮੂਵ ਕਰਨੀ ਚਾਹੀਦੀ ਹੈ ਜਦੋਂ ਕੋਈ ਤੁਹਾਡੀ ਲਾਈਫ ਨੂੰ ਖਤਰਾ ਬਣ ਰਿਹਾ ਜਾਂ ਤੁਹਾਡਾ ਕੋਈ ਵਾਈਟਲ ਫੰਕਸ਼ਨ ਡਿਸਟਰਬ ਹੋ ਰਿਹਾ ਬਹੁਤ ਜ਼ਿਆਦਾ। ਤਾਂ ਹੀ ਐਕਸੈਪਸ਼ਨਲ ਸਿਚੁਏਸ਼ਨ 'ਚ ਇਹੋ ਜਿਹੀ ਸਿਚੁਏਸ਼ਨ ਬਹੁਤ ਘੱਟ ਹੁੰਦੀ ਹੈ। ਕੈਂਸਰ 'ਚ ਹੁੰਦੀ ਇਹੋ ਜਿਹੀ ਸਿਚੁਏਸ਼ਨ, ਨੋਨ ਕੈਂਸਰਸ ਗੱਠਾਂ 'ਚ ਇੱਦਾਂ ਦੀ ਸਿਚੁਏਸ਼ਨ ਬੜੀ ਘੱਟ ਹੁੰਦੀ ਹੈ। ਅਤੇ ਇਸ ਕਰਕੇ ਅਸੀਂ ਨੋਨ ਕੈਂਸਰਸ ਗੱਠਾਂ ਬਾਰੇ ਆਲ ਟੂਗੈਦਰ ਬੜੇ ਕੌਨਫੀਡੈਂਸ ਨਾਲ ਕਹਿੰਦੇ ਹਾਂ ਕਿ ਤੁਸੀਂ ਹੋਲ ਬਾਡੀ ਹੀਲਿੰਗ ਦਾ ਸਾਰਾ ਪ੍ਰੋਟੋਕੋਲ ਫੋਲੋ ਕਰੋ। ਤੁਹਾਡੀ ਇਹ ਗੱਠ ਜਿਹੜੀ ਹੈ ਹੌਲੀ ਹੌਲੀ ਘੁਲਦੀ ਜਾਏਗੀ, ਔਰ ਵੱਡੇ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਹੋਰ ਵੱਡੀ ਨਹੀਂ ਹੋਏਗੀ ਅੱਗੇ, ਰਾਦਰ ਇਹ ਡਿਜ਼ੋਲਵ ਹੋ ਜਾਏਗੀ। ਸੋ ਇਸ ਕਰਕੇ ਸਰਜਰੀ ਜਿਹੜੀ ਹੈ ਇਹ ਉਦੋਂ ਹੀ ਕਰਾਉਣੀ ਚਾਹੀਦੀ ਹੈ ਜਦੋਂ ਉਹਦੇ 'ਚ ਕੋਈ ਜਾਂ ਤਾਂ ਜ਼ਿੰਦਗੀ ਲਈ ਖਤਰਾ ਬਣ ਰਹੀ ਹੋਵੇ ਉਹ ਗੱਠ, ਜਾਂ ਕੋਈ ਤੁਹਾਡਾ ਐਸਾ ਫੰਕਸ਼ਨ ਡਿਸਟਰਬ ਕਰ ਰਹੀ ਹੈ ਜਿਹਦੇ ਨਾਲ ਤੁਸੀਂ ਬਹੁਤ ਜ਼ਿਆਦਾ ਸਿੱਕ ਹੋ ਗਏ ਆ, ਬਿਮਾਰ ਹੋ ਗਏ ਆ, ਜਾਂ ਤੁਹਾਡਾ ਕੋਈ ਫੰਕਸ਼ਨ ਡਿਸਟਰਬ ਹੋ ਰਿਹਾ। ਅਦਰਵਾਈਜ਼ ਇਹਨਾਂ ਨੂੰ ਹੀਲ ਨਹੀਂ ਛੇੜਨਾ ਚਾਹੀਦਾ ਅਤੇ ਇਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹੋਲ ਬਾਡੀ ਹੀਲਿੰਗ ਨਾਲ ਆਪਣੀ ਬਾਡੀ ਨੂੰ ਸਟਰੋਂਗ ਕਰੋ, ਬਾਡੀ ਨੂੰ ਤੰਦਰੁਸਤ ਕਰੋ, ਬਾਡੀ ਨੂੰ ਸਟਰਡੀ ਕਰੋ, ਅਤੇ ਉਹ ਗੱਠਾਂ ਤੁਸੀਂ ਪਾਓਗੇ ਕਿ ਓਵਰ ਏ ਪੀਰੀਅਡ ਆਫ ਟਾਈਮ, ਸਾਲ ਨਹੀਂ ਲੰਘਦਿਆ, ਸਾਲ ਦੇ ਅੰਦਰ ਜਾਂ ਤਾਂ ਉਹ ਬਹੁਤ ਛੋਟੀਆਂ ਹੋ ਜਾਣਗੀਆਂ ਅਤੇ ਤੁਹਾਨੂੰ ਡਿਸਟਰਬ ਕਰਨਾ ਬੰਦ ਕਰ ਜਾਣਗੀਆਂ, ਜਾਂ ਗਾਇਬ ਹੋ ਜਾਣਗੀਆਂ। ਤਾਂ ਜਦੋਂ ਛੋਟੀਆਂ ਹੋ ਜਾਣ ਸਾਨੂੰ ਡਿਸਟਰਬ ਕਰਨਾ ਬੰਦ ਕਰ ਦੇਣਾ ਤਾਂ ਕੁਛ ਨਹੀਂ ਕਰਨਾ ਚਾਹੀਦਾ, ਕਿਉਂਕਿ ਹੋਲ ਬਾਡੀ ਹੀਲਿੰਗ 'ਤੇ ਕੈਂਸਰ ਨਹੀਂ ਬਣਦਾ। ਜੇ ਉਹ ਗੱਠ ਪ੍ਰੀ ਕੈਂਸਰਸ ਹੋਵੇ ਵੀ ਤਾਂ ਵੀ ਅਗਰ ਤੁਹਾਡੀ ਅਗਰ ਹਵਾ ਪਾਣੀ ਭੋਜਨ ਠੀਕ ਹੈ ਅਤੇ ਬਾਕੀ ਤੁਹਾਡਾ ਰਹਿਣ ਸਹਿਣ ਠੀਕ ਕਰ ਲਿਆ ਤੁਸੀਂ, ਤਾਂ ਤੁਹਾਨੂੰ ਗਰੰਟੀ ਦਿੱਤੀ ਜਾ ਸਕਦੀ ਹੈ ਕਿ ਤੁਹਾਡੀ ਇਹ ਵਾਲੀ ਗੱਠ ਕੈਂਸਰ ਨਹੀਂ ਬਣੇਗੀ। ਅਤੇ ਜੇ ਛੋਟੀ ਹੋ ਗਈ ਹੈ, ਤੁਹਾਨੂੰ ਡਿਸਟਰਬ ਨਹੀਂ ਕਰ ਰਹੀ, ਫਿਰ ਕਿਉਂ ਛੇੜਨਾ? ਕਿਉਂਕਿ ਸਰਜਰੀ ਦੀ ਪ੍ਰੋਬਲਮ ਇਹ ਹੁੰਦੀ ਕੁਲਵੰਤ ਜੀ ਕਿ ਸਰਜਰੀ ਜਦੋਂ ਵੀ ਤੁਸੀਂ ਕਰਦੇ ਹੋ ਕਿਸੇ ਪਾਰਟ ਦੀ, ਤਾਂ ਹੋਲ ਬਾਡੀ ਉਹਦੀ ਤਕਲੀਫ ਮੰਨਦੀ ਹੈ, ਹੋਲ ਬਾਡੀ ਡਿਸਟਰਬ ਹੋ ਜਾਂਦੀ ਹੈ, ਉਹਦੇ ਫੰਕਸ਼ਨਿੰਗ ਡਿਸਟਰਬ ਹੋ ਜਾਂਦੇ ਆ। ਤਾਂ ਫੰਕਸ਼ਨ ਜਦੋਂ ਡਿਸਟਰਬ ਹੁੰਦੇ ਆ ਤਾਂ ਫਿਰ ਕਈ ਵਾਰੀ ਬਾਡੀ ਮੁੜ ਕੇ ਉਸ ਥਾਂ 'ਤੇ ਆਉਂਦੀ ਹੋਈ ਨਹੀਂ। ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਕਿ ਲੋਕਾਂ ਨੇ ਆਪਰੇਸ਼ਨ ਕਰਾਇਆ ਤਾਂ ਉਦੋਂ ਬਾਅਦ ਬੰਦਾ ਸੱਟ ਰਾਸ ਹੀ ਨਹੀਂ ਆਇਆ। ਬਹੁਤ ਸਾਰੇ ਬੰਦੇ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਹੈ, ਬਹੁਤ ਸਾਰੇ ਬੰਦਿਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਸ ਕਰਕੇ ਸਰਜਰੀ ਸ਼ੁੱਡ ਬੀ ਦ ਲਾਸਟ ਆਪਸ਼ਨ। ਸਰਜਰੀ ਉਦੋਂ ਹੀ ਕਰਾਉਣੀ ਚਾਹੀਦੀ ਹੈ ਕਿਸੇ ਅੰਗ ਦੀ ਜਦੋਂ ਵਾਕਿਆ ਹੀ ਲੋੜ ਹੋਵੇ, ਨਹੀਂ ਤਾਂ ਦੂਜੇ ਮੈਥਡ ਜਿਹੜੇ ਨਾ ਪਹਿਲਾਂ ਟਰਾਈ ਕਰਨੇ ਚਾਹੀਦੇ ਆ। ਅੱਛਾ, ਇੱਕ ਹੁਣ ਆਈਏ ਆਪਾਂ ਘਰੇਲੂ ਨੁਸਖਿਆਂ ਵੱਲ, ਕਿਉਂਕਿ ਜੇ ਪੋਲਿਪਸ ਹੋ ਗਏ, ਜਿਵੇਂ ਮੰਨ ਲਓ ਗੋਲ ਬਲੈਡਰ ਦੇ ਹੀ ਲਾ ਲਓ ਜਾਂ ਰੈਕਟਮ ਦੇ ਲਾ ਲਓ ਜਾਂ ਫਿਰ ਆਪਾਂ ਉਹਦੇ ਫਾਈਬਰਾਇਡ ਦੇ ਲਾ ਲਓ, ਇਹਨਾਂ ਦੇ ਵਿੱਚ ਆਪਾਂ ਜੋ ਉੱਪਰੋਂ ਸ਼ੁਰੂ ਹੋਇਆ ਗੋਲ ਬਲੈਡਰ ਤੋਂ ਸ਼ੁਰੂ ਹੋਇਆ, ਤਾਂ ਗੋਲ ਬਲੈਡਰ ਦੇ ਵਿੱਚ ਜੇਕਰ ਪੋਲਿਪ ਹੈਗਾ ਤਾਂ ਉਹਦੇ ਵਿੱਚ ਪਾਣੀ ਦੀਆਂ ਪੱਟੀਆਂ, ਕੁਛ ਸੇਕ, ਕੁਛ ਇਸ ਤਰ੍ਹਾਂ ਦੀ ਕੋਈ ਰੈਮਡੀਜ਼ ਹੈਗੀਆਂ ਜਿਹਦੇ ਨਾਲ ਕੋਈ ਮਤਲਬ ਜਿਹੜਾ ਇਸ ਨੂੰ ਕਿਉਰ ਕੀਤਾ ਜਾਵੇ? ਬਿਲਕੁਲ ਕਰ ਸਕਦੇ ਆਪਾਂ, ਪਰ ਉਹ ਅੰਗ 'ਤੇ ਡਿਪੈਂਡ ਕਰੇਗਾ ਵੀ ਕਿਸ ਅੰਗ ਦੀਆਂ ਨੇ। ਉਹ ਕਿੱਥੇ, ਜੇ ਪੇਟ ਦੇ ਅੰਦਰ ਹੈਗੀਆਂ ਤਾਂ ਪੇਟ ਪੱਟੀ ਹੈਲਪ ਕਰੇਗੀ। ਨੈਚੁਰੋਪੈਥੀ ਦੀ ਇੱਕ ਟੈਕਨੀਕ ਹੈ ਪੇਟ ਪੱਟੀ। ਪੇਟ ਪੱਟੀ ਦੋ ਤਰੀਕੇ ਕਰਦੇ ਹਾਂ ਅਸੀਂ, ਇੱਕ ਤਾਂ ਗਰਮ ਠੰਡੀ ਪੱਤੀ ਨੂੰ ਆਲਟਰਨੇਟ ਕਰਦੇ ਹਾਂ, ਦੂਜੀ ਵਾਰ ਪੱਟੀ ਉੱਪਰ ਬੰਨ੍ਹ ਲੈਂਦੇ ਹਾਂ ਅਤੇ ਘੰਟਾ ਪੌਣਾ ਘੰਟਾ ਜਿਹੜਾ ਉਹਨੂੰ ਪੰਨੀ ਰੱਖਦੇ ਹਾਂ। ਕਿੱਦਾਂ, ਕਿਹੜੀ ਗਰਮ ਕੇ ਪੱਟੀ? ਨਹੀਂ ਉਹ ਜਿਹੜੀ ਦੋ ਤਰ੍ਹਾਂ ਦਾ ਹੋ ਗਿਆ ਨਾ ਪੇਟ ਪੱਟੀ ਇੱਕ ਤਾਂ ਹੋ ਗਈ ਗਰਮ ਠੰਡਾ ਰੱਖੋ, ਪਹਿਲਾਂ ਗਰਮ ਰੱਖਿਆ ਫਿਰ ਠੰਡਾ ਰੱਖਿਆ, ਫਿਰ ਗਰਮ ਰੱਖਿਆ, ਫਿਰ ਠੰਡਾ ਰੱਖਿਆ, 15-20 ਵਾਰੀ ਰੋਟੇਟ ਕੀਤਾ, ਉਹਨੂੰ ਆਪਾਂ ਕਹਿੰਦੇ ਗਰਮ ਠੰਡੇ। ਉਹਦਾ ਪਰਪਸ ਕੀ ਹੁੰਦਾ ਕਿ ਬਾਡੀ ਨੂੰ ਸਟੀਮੂਲੇਟ ਕਰਨਾ ਕਿ ਹੀਲ ਯੂਰ ਸੈਲਫ, ਜਾਗੋ। ਹਾਂ, ਸਰਕੂਲੇਸ਼ਨ ਵੀ ਨਰਵਸ ਸਿਸਟਮ ਰਾਹੀਂ ਵੀ ਮੈਸੇਜ ਮਤਲਬ ਜਗਾਉਣਾ। ਜਿੱਦਾਂ ਆਪਾਂ ਬੰਦੇ ਸੁੱਤੇ ਪਏ ਮੂੰਹ 'ਤੇ ਪਾਣੀ ਦੀ ਸਿੱਟੇ ਨਹੀਂ ਮਾਰ ਦਿੰਦੇ ਤਾਂ ਬੰਦਾ ਜਗ ਉੱਠ ਕੇ ਬਹਿ ਜਾਂਦਾ। ਇੱਦਾਂ ਹੀ ਅਗਰ ਪੇਟ ਦੀ ਜਿਹੜੀ ਊਰਜਾ ਵੀਕ ਹੋ ਗਈ ਅਤੇ ਪੇਟ ਦੇ ਅੰਦਰ ਕੋਈ ਪ੍ਰੋਬਲਮ ਹੋ ਰਹੀ ਹੈ, ਤਾਂ ਜੇ ਪੇਟ ਦੇ ਉੱਪਰ ਅਸੀਂ ਪਾਣੀ ਪੱਟੀ ਕਰਾਂਗੇ ਤਾਂ ਪੇਟ ਦੀ ਊਰਜਾ ਜਿਹੜੀ ਹੈ ਉਹ ਜਾਗ ਜਾਂਦੀ ਹੈ। ਪਹਿਲਾਂ ਸੋ ਰਹੀ ਸੀ ਫਿਰ ਜਾਗ ਗਈ। ਤਾਂ ਉੱਦਾਂ ਹੀ ਹੁੰਦਾ ਕਿ ਤੁਸੀਂ ਆਪਣੀ ਇਮਿਊਨਿਟੀ ਨੂੰ, ਆਪਣੇ ਹੈਲਥ ਜਿਹੜਾ ਅੰਦਰਲਾ ਤੁਹਾਡਾ ਇਨਬਿਲਟ ਡਿਫੈਂਸ ਸਿਸਟਮ ਹੈ, ਔਰ ਆਪਾਂ ਡਿਫੈਂਸ ਸਿਸਟਮ ਵੀ ਕਹਿ ਸਕਦੇ ਹਾਂ। ਇਮਿਊਨਿਟੀ ਲੈਵਲ ਬਹੁਤ ਲੋਕਾਂ ਨੇ ਇਨਫੈਕਸ਼ਨ ਨਾਲ ਜੋੜ ਰੱਖਿਆ ਤਾਂ ਆਪਾਂ ਡਿਫੈਂਸ ਸਿਸਟਮ ਕਹਿ ਸਕਦੇ ਹਾਂ, ਸੁਰੱਖਿਆ ਪ੍ਰਣਾਲੀ।
ਕੁਦਰਤ ਦੀ ਇਨਬਿਲਟ ਸੁਰੱਖਿਆ ਪ੍ਰਣਾਲੀ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਆਲਰਾਊਂਡ ਦੇਖਦੀ ਹੈ। ਉਹਦੇ ਵਾਸਤੇ ਵਾਇਰਸ ਬੈਕਟੀਰੀਆ ਦਾ ਕੋਈ ਮਤਲਬ ਨਹੀਂ। ਉਹ ਤਾਂ ਜੇ ਪੱਥਰੀਆਂ ਜੰਮ ਬਣਨ ਦੀ ਕੋਸ਼ਿਸ਼ ਕਰ ਰਹੀ ਤਾਂ ਵੀ ਉਹ ਤੁਹਾਨੂੰ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਜੇ ਕੋਈ ਗੱਠ ਬਣਨ ਦੀ ਕੋਸ਼ਿਸ਼ ਕਰਦੀ ਤਾਂ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਜੇ ਕੈਂਸਰ ਹੈ ਤਾਂ ਉਹਨੂੰ ਵੀ ਉਹ ਕੋਸ਼ਿਸ਼ ਕਰਦੀ ਹੈ। ਤਾਂ ਸਾਰਿਆਂ 'ਚ ਉਹ ਕੰਮ ਕਰਦੀ ਹੈ। ਉਹਨੂੰ ਆਪਾਂ ਸੁਰੱਖਿਆ ਪ੍ਰਣਾਲੀ ਕਹਿ ਸਕਦੇ ਹਾਂ ਕੁਦਰਤ ਦੀ। ਅਤੇ ਸੁਰੱਖਿਆ ਪ੍ਰਣਾਲੀ ਨੂੰ ਸਟਰੋਂਗ ਕਰਨਾ ਜਿਹੜਾ ਅਸਲ ਹੱਲ ਉਹ ਹੈ। ਇਸ ਤੋਂ ਇਲਾਵਾ ਵੀ ਕੁਝ ਹੋ ਰਿਹਾ ਹੈ, ਜਿਵੇਂ ਪੇਟ ਪੱਟੀ ਹੋ ਗਈ, ਗਰਮ ਠੰਡੀ ਪੱਟੀ ਜਾਂ ਕੁਝ, ਇਸ ਤੋਂ ਇਲਾਵਾ ਵੀ ਕੁਝ ਹੋਮ ਰੈਮਡੀ? ਔਰ ਜਿਵੇਂ ਮੰਨ ਲਓ ਨੱਕ 'ਚ ਹੈ, ਨੱਕ 'ਚੋਂ ਜਿਵੇਂ ਨੇਤੀ ਹੈ, ਯੋਗਾ ਦੇ ਪ੍ਰਾਣਾਯਾਮ ਨੇ। ਪ੍ਰਾਣਾਯਾਮ ਬਹੁਤ ਵਧੀਆ ਰੋਲ ਪਲੇ ਕਰਦੇ ਇਹਦੇ ਅੰਦਰ। ਔਰ ਨੇਤੀ ਹੈ, ਨੇਤੀ ਜਿਹੜੀ ਜਲ ਨੇਤੀ ਹੈ, ਰਬੜ ਨੇਤੀ ਹੈ। ਨੇਤੀਜ਼ ਜਿਹੜੀਆਂ ਨੇ ਉਹ ਸਾਰਾ ਹੀ ਐਂਟੀ ਸਿਸਟਮ ਨੂੰ ਬਹੁਤ ਸਟਰੋਂਗ ਕਰ ਦਿੰਦੀਆਂ ਨੇ। ਉਹ ਵੀ ਸਟਿਮੂਲੇਸ਼ਨ ਹੈ, ਸੋ ਵੈਰੀ ਸਟਰੋਂਗ ਸਟਿਮੂਲੇਸ਼ਨ। ਪਹਿਲਾਂ ਤਾਂ ਗਰਮ ਪਾਣੀ ਹੈ, ਫਿਰ ਉਹ 'ਚ ਤੇਜ਼ ਨਮਕ ਹੈ, ਫਿਰ ਉਹ 'ਚ ਰਬੜ ਦੀ ਨਾਲੀ ਪਾ ਕੇ ਤੁਸੀਂ ਫੇਰ ਦਿੰਦੇ ਹੋ ਤਾਂ ਸਾਰਾ ਧਾਗਾ, ਥੋੜ੍ਹਾ ਜਿਹਾ ਧਾਗਾ ਅੱਜ ਕੱਲ੍ਹ ਰਿਕਮੈਂਡ ਕਰਨਾ ਬੰਦ ਕਰਤਾ ਉਹਨਾਂ ਨੇ। ਰਬੜ ਨੇਤੀ ਤਾਂ ਕੀ ਰਹਿੰਦੀ, ਉਹ ਕੈਥੇਟਰ ਹੁੰਦਾ 9 ਨੰਬਰ ਦਾ, ਉਹ ਰਬੜ ਨਾਲ ਕਰਦੇ ਆ। ਉਹ ਧਾਗੇ ਵਾਲੀ ਬਹੁਤ ਬਲੀਡ ਕਰਨ ਲੱਗ ਜਾਂਦੀ ਹੈ, ਉਹ ਬਹੁਤ ਸਖਤ ਹੈ। ਉਹ ਆਮ ਤੌਰ 'ਤੇ ਹੁਣ ਯੋਗਾ ਵਾਲੇ ਖੁਦ ਹੀ ਮਨਾ ਕਰਨ ਲੱਗ ਗਏ। ਉਹਦੀ ਬਜਾਏ ਉਹਨਾਂ ਨੇ ਕੈਥੇਟਰ ਲਿਆਂਦਾ ਰਬੜ ਦਾ, ਉਹਦੇ ਨਾਲ ਕਰਦੇ ਆ। ਧਾਗੇ ਵਾਲੀ ਸੂਤਰ ਨੇਤੀ ਕਹਿੰਦੇ ਸੀ ਉਹਨੂੰ, ਸੂਤਰ ਨੇਤੀ ਨਹੀਂ ਕਰਦੇ ਹੁਣ। ਸੂਤਰ ਨੇਤੀ ਰਿਕਮੈਂਡ ਵੀ ਨਹੀਂ ਕਰਦੇ। ਸੂਤਰ ਨੇਤੀ ਬਹੁਤ ਬਲੀਡ ਕਰ ਜਾਂਦੇ ਬੰਦੇ। ਤਾਂ ਉਹ ਹੈ ਵਮਨ ਹੈ ਪੇਟ ਵਾਸਤੇ। ਵਮਨ ਜਿਹਨੂੰ ਉਲਟੀ ਕਰਨਾ, ਖਾਲੀ ਪੇਟ ਪਾਣੀ ਪੀ ਕੇ, ਮਤਲਬ ਪੂਰਾ ਜੱਗ ਪਾਣੀ ਦਾ ਪੀ ਲਓ ਪਹਿਲਾਂ, ਜਿਸ ਨਾ ਠੰਡਾ ਨਾ ਹੋਵੇ, ਉਹ ਮਤਲਬ ਖਟਾਰ ਭੰਨਿਆ ਹੋਵੇ, ਲਗਾਤਾਰ ਪੀ ਜਾਓ ਪੀ ਜਾਓ ਪੀ ਜਾਓ ਪੀ ਜਾਓ, ਫਿਰ ਗਲ 'ਚ ਉਂਗਲੀ ਮਾਰ ਕੇ ਵੋਮਿਟ ਆਊਟ ਕਰ ਦਿਓ। ਉਹਦੇ ਨਾਲ ਕੀ ਹੁੰਦਾ, ਅੰਤੜੀਆਂ ਸਟਰੋਂਗ ਹੋ ਜਾਂਦੀਆਂ ਨੇ। ਕਿਉਂਕਿ ਅੰਤੜੀਆਂ ਨੂੰ ਵਾਪਸ ਕੱਢਣ ਵਾਸਤੇ ਪਾਣੀ ਦਾ ਨੈਚੁਰਲ ਰੂਟ ਕੀ ਹੈ, ਥੱਲੇ ਨੂੰ ਜਾਣਾ ਜਾਂ ਬਲੱਡ ਜਾਣਾ। ਲੇਕਿਨ ਉਹਨੂੰ ਉਲਟਾ ਕਰਨ ਲਈ ਸਾਨੂੰ ਸਾਡੀ ਬਹੁਤ ਊਰਜਾ ਚਾਹੀਦੀ ਹੈ। ਸਾਨੂੰ ਤੁਸੀਂ ਦੇਖਿਆ ਨੂੰ ਉਲਟੀ ਕਰਨ ਲੱਗਾ ਕਿੰਨਾ ਜ਼ੋਰ ਲੱਗਦਾ। ਮਤਲਬ ਬੰਦੇ ਨੂੰ ਇਹ ਲੱਗਦਾ ਵੀ ਮੈਂ ਤਾਂ ਮਰ ਜੂੰਗਾ ਜੇ ਇੰਨਾ ਜ਼ੋਰ ਲੱਗਦਾ। ਤਾਂ ਉਹ ਜ਼ੋਰ ਲਵਾਉਣਾ ਹੈ। ਉਹ ਲਵਾਉਣਾ ਕਿਉਂ ਹੈ? ਕਿਉਂਕਿ ਅਸੀਂ ਉਹਨੂੰ ਅੰਤੜੀਆਂ ਨੂੰ ਮੈਸੇਜ ਦੇ ਰਹੇ ਹਾਂ ਵੀ ਜਾਗੋ, ਇਹਨੂੰ ਇੰਨਾ ਪਾਣੀ ਪੀ ਲਿਆ, ਹੁਣ ਬਾਹਰ ਕੱਢਣ ਦੀ ਲੋੜ ਹੈ। ਇਹਨੂੰ ਉਹ ਗਲ 'ਚ ਉਂਗਲ ਮਾਰ ਕੇ ਅਸੀਂ ਮੈਸੇਜ ਦਿੰਦੇ ਵੀ ਨਹੀਂ, ਇਹ ਇੰਨਾ ਪਾਣੀ ਪੀਣਾ ਨਹੀਂ ਸੀ ਚਾਹੀਦਾ, ਮੈਂ ਪੀ ਲਿਆ, ਹੁਣ ਇਹਨੂੰ ਬਾਹਰ ਕੱਢ ਦਿਓ। ਤਾਂ ਫਿਰ ਉਹ ਅੰਤੜੀਆਂ ਕੋਆਪਰੇਟ ਕਰਨ ਲੱਗ ਜਾਂਦੀਆਂ, ਬਾਹਰ ਕੱਢਣ ਲੱਗ ਜਾਂਦੀਆਂ। ਤਾਂ ਉਹ ਜਦੋਂ ਅੰਤੜੀਆਂ ਇਹ ਤੁਹਾਡੀ ਇਸ ਇੱਦਾਂ ਦੀ ਸਟਰੋਂਗ ਸਟਿਮੂਲਸ ਨੂੰ ਰਿਸਪੌਂਡ ਕਰਦੀਆਂ ਨੇ ਤਾਂ ਸਟਰੋਂਗ ਹੋ ਜਾਂਦੀਆਂ ਨੇ। ਫਿਰ ਉਹ ਹੌਲੀ ਹੌਲੀ ਤੁਸੀਂ ਰੋਜ਼ ਵਮਨ ਕਰ ਰਹੇ ਹੋ, ਮੰਨ ਲਓ ਉਲਟੀ ਕਰ ਰਹੇ ਹੋ ਪਾਣੀ ਪੀ ਕੇ, ਤਾਂ ਤੁਹਾਡੀਆਂ ਅੰਤੜੀਆਂ ਬਹੁਤ ਸਟਰੋਂਗ ਹੋ ਜਾਣਗੀਆਂ। ਸੋ ਇੱਦਾਂ ਜਿਹੜੇ ਸਾਹ ਵਾਸਤੇ ਪ੍ਰਾਣਾਯਾਮ ਹੈ, ਪ੍ਰਾਣਾਯਾਮ ਇੱਕ ਵੰਡਰਫੁਲ ਟੂਲ ਹੈ। ਵੈਸੇ ਤਾਂ ਹੋਲ ਬਾਡੀ ਲਈ ਆ, ਲੇਕਿਨ ਸਾਹ ਪ੍ਰਣਾਲੀ ਲਈ ਤਾਂ ਅਸੀਂ ਉਹ ਮਤਲਬ ਉਹ ਮਨੀਸ਼ੀਆ ਹੈ, ਵਰਦਾਨ ਹੈ ਕਿ ਜਿਹੜਾ ਬੰਦਾ ਪ੍ਰਾਣਾਯਾਮ ਕਰਦਾ ਉਹਦੀ ਸਾਹ ਪ੍ਰਣਾਲੀ ਤਾਂ ਕਦੀ ਖਰਾਬ ਹੋ ਨਹੀਂ ਸਕਦੀ। ਇਸ ਕਰਕੇ ਜਿਹੜੀ ਇੱਦਾਂ ਉਹ ਯੋਗਾ ਦੀ ਜਿਹੜੀ ਸਾਹ ਪ੍ਰਣਾਲੀ ਹੈ ਉਹ ਹੈ। ਤਾਂ ਇੱਦਾਂ ਅੱਡ ਔਰਗਨ ਵਾਈਜ਼ ਬਹੁਤ ਸਾਰੀਆਂ ਨੈਚੁਰੋਪੈਥੀ ਦੀਆਂ ਜਾਂ ਆਯੁਰਵੇਦ ਦੇ ਅੰਦਰ, ਜਿਹੜਾ ਨੈਚੁਰੋਪੈਥੀ ਵੀ ਆਯੁਰਵੇਦ ਦਾ ਪਾਰਟ ਹੀ ਹੈ। ਉਹ ਕਿਸੇ ਨਾ ਕਿਸੇ ਫਾਰਮ 'ਚ ਉਹਨਾਂ ਨੂੰ ਥੋੜ੍ਹਾ ਜਿਹਾ ਅੱਗੇ ਡਿਵੈਲਪ ਕਰ ਲਿਆ ਤਾਂ ਉਹਨੂੰ ਨੈਚੁਰੋਪੈਥੀ ਹੱਲ ਕਹਿਣ ਲੱਗੇ। ਲੇਕਿਨ ਓਵਰਆਲ ਜਿਹੜਾ ਵੱਡਾ ਛਤਰ ਹੈ ਉਹ ਆਯੁਰਵੇਦ ਦੇ ਨਾਂ 'ਤੇ ਹੀ ਕਹਾਂਗੇ ਆਪਾਂ। ਕਿਉਂਕਿ ਉਹ ਜਿਹੜਾ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ, ਉਸ ਛਤਰੀ ਥੱਲੇ ਬੜਾ ਕੁਛ ਵਿਕਸਿਤ ਹੋਇਆ ਹੈ। ਈਵਨ ਐਲੋਪੈਥੀ ਨੂੰ ਆਪਾਂ ਜੇ ਕਹੀਏ ਤਾਂ ਐਲੋਪੈਥੀ ਵੈਸੇ ਛਤਰੀ ਥੱਲੇ ਡਿਵੈਲਪ ਹੋਈ ਹੈ। ਕਿਉਂਕਿ ਪਹਿਲਾਂ ਪਲਾਂਟ ਐਕਸਟ੍ਰੈਕਟ ਤੋਂ ਦਵਾਈਆਂ ਬਣਦੀਆਂ ਸੀਗੀਆਂ, ਤਾਂ ਬਾਅਦ 'ਚ ਕੈਮੀਕਲ ਲੈ ਆਉਂਦੇ ਨੇ ਜਦੋਂ ਕੈਮਿਸਟਰੀ ਬਹੁਤ ਜ਼ਿਆਦਾ ਡਿਵੈਲਪ ਹੋ ਗਈ। ਅਦਰਵਾਈਜ਼ ਐਲੋਪੈਥੀ ਦੀ ਸ਼ੁਰੂਆਤ ਜਿਹੜੀ ਸੀਗੀ, ਹੁਣ ਪੈਨਸਿਲਿਨ ਜਿਹੜੀ ਹੈ, ਪੈਨਸਿਲਿਨ ਕੀ ਹੈ? ਪੈਨਸਿਲਿਨ ਇੱਦਾਂ ਹੀ ਫੰਗਸ ਤੋਂ ਬਣੀ ਸੀਗੀ ਉਹਦੇ ਤੋਂ। ਤਾਂ ਉਹ ਇਸ ਕਰਕੇ ਜਿਹੜੇ ਐਲੋਪੈਥੀ ਦੀਆਂ ਸ਼ੁਰੂ ਵਾਲੀਆਂ ਦਵਾਈਆਂ ਸੀਗੀਆਂ, ਕੁਨੀਨ ਕੀ ਹੈ? ਕੁਨੀਨ ਕੀ ਸੀਗਾ? ਉਹ ਸਿਨਕੋਨਾ ਬਾਗ ਸੀ, ਦਰਖਤ ਸੀ, ਉਹਦੀ ਛਿਲਕੇ ਤੋਂ ਬਣਦੀ ਸੀ। ਉਹ ਪਹਿਲਾਂ ਐਜ਼ ਲਿਕੁਇਡ ਦਿੰਦੇ ਸੀਗੇ। ਤਾਂ ਇਹ ਸਾਰੇ ਦਾ ਸਾਰਾ ਵਰਤਾਰਾ ਇਹਦੇ ਕਿਤੇ ਨਾ ਕਿਤੇ। आप अगर आएंगे एम्स हॉस्पिटल एंड इंस्टीट्यूट ऑफ इंटीग्रल मेडिकल साइंसेज, चंडीगढ़ डेरा वसीम हॉस्पिटल है ऑन द मेन हाईवे। अगर आप आते हैं तो यहाँ पे आपको बहुत सारे कैंसर पेशेंट मिलेंगे, एंड स्टेज कैंसर पेशेंट मिलेंगे। एंड सिर्फ फ़र्क ये देखेंगे व्हेन यू कंपेयर दीज पेशेंट्स विद द पेशेंट इन अदर हॉस्पिटल ऑफ सिमिलर काइंड, फ़र्क ये देखेंगे कि ये कंफर्टेबल है। दूसरा फ़र्क ये देखेंगे कि ये आपको लगेगा नहीं कि ये पेशेंट हैं, वो दर्द रहित हैं। कि शुगर बीपी सिर्फ 7 दिन में बिना 1 रुपए की दवाई के 90% लोगों का यहाँ हिम्स हॉस्पिटल चंडीगढ़ में भर्ती होकर खाने पीने को ठीक करके रिवर्स किया जा सकता है। सैकड़ों पेशेंट हो चुके हैं। अगर ज़ुबान पे लगाम है तो 3 लोगों से वास्ता नहीं पड़ेगा आपका। खाने के लिए है तो डॉक्टर से वास्ता नहीं पड़ेगा, बोलने के लिए है तो पुलिस और वकील से वास्ता नहीं पड़ेगा, और प्रोफेशनली इन तीनों से वास्ता ना पड़े तो ज़्यादा अच्छा है। दूसरा, दुनिया की कोई भी ऐसी बीमारी नहीं है
जो खाने पीने से हो नहीं जाती है और फिर रेगुलेट नहीं हो सकती है। तो ये दोनों बातें वैसे ही चलती हैं। 5 पिलर्स हैं हमारे, 5 पिलर्स: डाइट, मेडिसिनल प्लांट्स, फिजिकल एक्सरसाइज या फिजिकल वर्क, माइंड मैनेजमेंट और टेकिंग द हेल्प ऑफ वेरियस पैथीज, ऑल द पैथीज। तो ये हम 5 पिलर्स पे काम करते हैं। जब हम इन 5 पिलर्स पे काम करते हैं तो बॉडी अंदर से जब हील होने लगती है तो थायराइड की समस्या जो अपने आप ही ठीक होने लगती है। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है, जिसका नाम हिम्स रखा गया है, हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती हैं सारी पैथी। इसमें डॉक्टर विश्वरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं, जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਪਲਾਂਟਸ ਤੋਂ ਸ਼ੁਰੂ ਹੋਇਆ ਤੇ ਓਵਰਆਲ ਜਿਹੜਾ ਛਤਰ ਹੈ ਉਹ ਆਯੁਰਵੇਦ ਦਾ, ਤੇ ਜਿਹੜੀ ਉਹਦੇ ਉਹ ਆਯੁਰਵੇਦ ਦੇ ਛਤਰ ਥੱਲੇ ਜਿਹੜਾ ਸਾਰਾ ਲਾਈਫ ਸਟਾਈਲ ਹੈ, ਉਹਦੇ 'ਚ ਡਾਈਟ ਦੀ ਗੱਲ ਹੈ, ਉਹਦੇ 'ਚ ਤੁਹਾਡਾ ਯੋਗਾ ਹੈ, ਤੁਹਾਡਾ ਉਹ 'ਚ ਨੈਚੁਰੋਪੈਥੀ ਹੈ, ਇਹ ਸਾਰੇ ਉਸ ਛਤਰੀ ਦੇ ਥੱਲੇ ਪਲੇ। ਇਹਨਾਂ ਨੇ ਥੋੜ੍ਹਾ ਜਿੰਨੇ ਸਪੈਸ਼ਲਾਈਜ਼ ਕਰਦੇ ਗਏ, ਜਿਵੇਂ ਇਹ ਵੱਖਰੀਆਂ ਲੱਗਣ ਲੱਗਦੀਆਂ ਦੇਖਣ ਨੂੰ। ਹੁਣ ਯੋਗਾ 'ਚ ਆਇਨਗਰ ਨਾਂ ਦਾ ਬਹੁਤ ਸਾਇੰਟਿਸਟ ਹੋਇਆ, ਉਹਨੇ ਸਭ ਤੋਂ ਜ਼ਿਆਦਾ ਕੰਮ ਕੀਤਾ, ਇੰਡੀਅਨ ਸੀਗਾ ਉਹ, ਔਰ ਬਹੁਤ 100 ਸਾਲ ਤੱਕ ਜੀਆ ਉਹ। ਹਾਂ, ਤਾਂ ਉਹਦਾ ਮਤਲਬ ਸਭ ਤੋਂ ਜ਼ਿਆਦਾ ਕਲਾਸਿਕ ਕੰਮ ਹੈ। ਔਰ ਉਹਨੇ ਮਤਲਬ ਐਡੀ ਵੱਡੀ 500 ਪੇਜ ਦੀ ਬੁੱਕ ਹੈ ਆਇਨਗਰ ਦੀ। ਉਹ ਯੋਗਾ ਜਿਹੜਾ ਹੈ ਉਹ ਆਪਣੇ ਆਪ 'ਚ ਇੱਕ ਵੰਡਰਫੁਲ ਜਿਹੜੀ ਹੈ ਟੂਲ ਹੈ, ਹੋਲ ਬਾਡੀ ਵਾਸਤੇ ਵੀ ਹੈ ਔਰ ਬਾਕੀ ਸਾਰਿਆਂ ਵਾਸਤੇ ਹੈ। ਉਹਦੇ ਵਿੱਚ ਵੀ ਉਹਨਾਂ ਨੇ ਪੇਟ ਵਾਸਤੇ ਅਲੱਗ ਕਿਸਮ ਦੀਆਂ ਕਿਰਿਆਵਾਂ ਨੇ, ਨੌਲੀ ਹੈ ਜਾਂ ਪੇਟ ਨੂੰ ਘੁਮਾਉਣਾ ਹੈ ਜਾਂ ਇੱਦਾਂ ਦੀ ਤੋਂ ਇੱਦਾਂ ਉਹਨਾਂ ਨੇ ਆਪਣੇ ਸਿਸਟਮ ਨੇ ਫਿਰ ਫਰਦਰ ਕੁਛ ਡਿਵੈਲਪਮੈਂਟਸ ਕਰ ਲਈਆਂ। ਤਾਂ ਦੇਖਣ ਨੂੰ ਅਲੱਗ ਪੈਥੀ ਲੱਗਣ ਲੱਗ ਗਿਆ ਕਿ ਜਿਵੇਂ ਯੋਗਾ ਕੋਈ ਅਲੱਗ ਪੈਥੀ ਹੈ। ਅਸਲ 'ਚ ਇਹ ਜਿਹੜਾ ਛਤਰੀ ਹੈ ਵੱਡੀ ਆਯੁਰਵੇਦੀ ਛਤਰੀ ਥੱਲੇ ਪ੍ਰਫੁੱਲਤ ਹੋਈਆਂ ਸਾਰੀਆਂ ਹੈ, ਅਤੇ ਐਲੋਪੈਥੀ ਵੀ ਉਸੇ ਛਤਰੀ ਥੱਲੇ ਪ੍ਰਫੁੱਲਤ ਹੋਈ। ਬਾਅਦ 'ਚ ਜਿਵੇਂ ਕੈਮਿਸਟਰੀ ਡਿਵੈਲਪ ਕੀਤੀ ਤਾਂ ਫਿਰ ਉਹ ਮੈਨਮੇਡ ਕੈਮੀਕਲ ਆ ਗਏ। ਮੈਨਮੇਡ ਕੈਮੀਕਲ ਆਉਣ ਨਾਲ ਨੁਕਸਾਨ ਇਹ ਹੋ ਗਿਆ ਕਿ ਮੈਨਮੇਡ ਕੈਮੀਕਲ ਜਿਹੜੇ ਹੁੰਦੇ ਨੇ ਬੋਡੀ ਨੂੰ ਪੋਇਜ਼ਨ ਬਣਦੀ ਹੈ, ਤਾਂ ਉਹ ਸੈਲਫ ਹੀ ਬਿਮਾਰੀ ਬਣ ਗਈਆਂ ਨੇ, ਕਿਉਂਕਿ ਕਿਸੇ ਵੀ ਕੈਮੀਕਲ ਨੂੰ, ਮੈਨਮੇਡ ਕੈਮੀਕਲ ਨੂੰ ਬੋਡੀ ਐਕਸੈਪਟ ਨਹੀਂ ਕਰਦੀ। ਬੋਡੀ ਕੋਲ ਕੋਈ ਐਸਾ ਮੈਕੈਨਿਜ਼ਮ ਹੀ ਨਹੀਂ ਹੈ ਕਿ ਉਹਨੂੰ ਆਪਣਾ ਲਵੇ, ਉਹ ਨਹੀਂ ਅਪਣਾਉਂਦੀ। ਉਹ ਧੱਕੇ ਨਾਲ ਤੁਸੀਂ ਦਿੰਦੇ ਹੋ, ਠੀਕ ਹੈ, ਉਸ ਪ੍ਰੋਸੈਸ 'ਚ ਕੋਈ ਡਿਜ਼ੀਜ਼ ਕੰਟਰੋਲ 'ਚ ਆ ਜਾਂਦੀ ਹੈ ਜਾਂ ਕੋਈ ਸਿੰਪਟਮ ਕੰਟਰੋਲ 'ਚ ਆ ਜਾਂਦਾ ਹੈ, ਲੇਕਿਨ ਬੋਡੀ ਉਹਦੇ ਲਈ ਬਹੁਤ ਔਖੀ ਹੁੰਦੀ ਹੈ, ਤਰੱਦਦ ਕਰਦੀ, ਮੈਨੂੰ ਕੱਢ ਕੇ ਬਾਹਰ ਮਾਰੋ, ਕੱਢ ਕੇ ਬਾਹਰ ਕਰੋ। ਕਿਉਂਕਿ ਇਸ ਕਰਕੇ ਕੈਮੀਕਲ ਦਵਾਈਆਂ ਦਾ ਵਰਤਾਰਾ ਜਿਹੜਾ ਉਹਨੂੰ ਘੱਟ ਤੋਂ ਘੱਟ ਰੱਖਣਾ ਚਾਹੀਦਾ, ਅਤੇ ਸਿਰਫ ਉਦੋਂ ਯੂਜ਼ ਕਰਨਾ ਚਾਹੀਦਾ ਜਦੋਂ ਬਾਕੀ ਚੀਜ਼ਾਂ ਜਿਹੜੀਆਂ ਨੇ, ਨੈਚੁਰਲ ਚੀਜ਼ਾਂ ਜਿਹੜੀਆਂ ਨੇ ਉਹ ਕਾਮਯਾਬ ਨਾ ਹੋਣ। ਇਸ ਕਰਕੇ ਜਿਹੜਾ ਵਰਤਾਰਾ ਹੈ ਹੋਲ ਬਾਡੀ ਹੀਲਿੰਗ ਦਾ, ਉਹਦੇ ਅੰਦਰ ਅਸੀਂ ਕੈਮੀਕਲ ਦਵਾਈਆਂ ਜਿਹੜੀਆਂ ਐਲੋਪੈਥਿਕ ਦਵਾਈਆਂ ਨੂੰ ਬਹੁਤ ਲਾਸਟ 'ਤੇ ਪ੍ਰੈਫਰ ਕਰਦੇ ਹਾਂ। ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਜਿਹੜੀ ਹੈ ਹਵਾ ਪਾਣੀ ਤੋਂ ਬਾਅਦ ਜਿਹੜਾ ਫੂਡ ਹੈ, ਖਾਣਾ, ਉਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਦਵਾ ਪੌਦੇ ਜਿਹੜੇ ਬਹੁਤ ਜ਼ਰੂਰੀ ਨੇ, ਕਿ ਦਵਾ ਪੌਦੇ ਅਤੇ ਖਾਣੇ ਵਾਲੇ ਪੌਦੇ 'ਚ ਅਸੀਂ ਪਲਾਂਟ ਬੇਸਡ ਹੋਲ ਫੂਡ ਦੀ ਗੱਲ ਹੀ ਕਰਦੇ ਹਾਂ। ਅਸੀਂ ਐਨੀਮਲ ਫੂਡ ਨਹੀਂ ਕਹਿੰਦੇ, ਕਿਉਂਕਿ ਐਨੀਮਲ ਫੂਡ ਜਿਹੜਾ ਉਹ ਮਨੁੱਖੀ ਸਰੀਰ ਲਈ ਬਹੁਤ ਵਧੀਆ ਚੀਜ਼ ਨਹੀਂ ਹੈ। ਉਸ ਤੋਂ ਬਾਅਦ ਅਸੀਂ ਦਵਾ ਪੌਦੇ ਹੋ ਗਏ। ਦਵਾ ਪੌਦੇ ਹੋ ਗਏ ਐਕਸਰਸਾਈਜ਼ ਬਹੁਤ ਜ਼ਰੂਰੀ ਹੋਲ ਬੋਡੀ ਹੀਲਿੰਗ ਵਾਸਤੇ। ਨੰਬਰ 4 'ਤੇ ਅਸੀਂ ਕਹਿੰਦੇ ਮਾਈਂਡ ਮੈਨੇਜਮੈਂਟ ਹੈ, ਕਿ ਤੁਹਾਡਾ ਮਨ ਸਟਰੈਸ ਫਰੀ ਹੋਣਾ ਚਾਹੀਦਾ, ਖੁਸ਼ ਹੋਣਾ ਚਾਹੀਦਾ। ਖੁਸ਼ੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਹੈਲਥ ਨੂੰ ਜਿਹੜੀ ਹੈ ਬਣਾਉਂਦੀ ਹੈ, ਅਤੇ ਜਿਹੜਾ ਉਹਦਾ ਉਲਟਾ ਹੈ ਨੈਗੇਟਿਵ ਜਿੰਨੀਆਂ ਇਮੋਸ਼ਨਸ ਨੇ, ਚਾਹੇ ਉਹ ਡਰ ਹੈ, ਚਾਹੇ ਉਹ ਇਨਸਿਕਿਉਰਿਟੀ ਹੈ, ਚਾਹੇ ਉਹ ਬਦਲੇ ਦੀ ਭਾਵਨਾ ਹੈ, ਚਾਹੇ ਉਹ ਈਰਖਾ ਹੈ, ਉਹ ਸਾਰੀ ਕਿਤੇ ਨਾ ਕਿਤੇ
ਤੁਹਾਡੀ ਬਾਡੀ ਨੂੰ ਵੀਕ ਕਰਦੀਆਂ ਨੇ। ਸੋ ਅਸੀਂ ਜਿਹੜਾ ਉਹਦੇ 'ਚ ਮਾਈਂਡ ਮੈਨੇਜਮੈਂਟ ਕਰਨੇ ਆ ਕਿ ਪੋਜ਼ੀਟਿਵ ਥਿੰਕਿੰਗ ਔਰ ਜਿਹੜੀ ਉਹਦੇ ਅੰਦਰ ਖੁਸ਼ ਰਹਿਣਾ, ਹੈਪੀਨੈਸ। ਇਸ ਤਰ੍ਹਾਂ ਦੀ ਵੀ ਦਵਾ ਪੌਦੇ ਜਾਂ ਕੁਛ ਇਸ ਤਰ੍ਹਾਂ ਦੀਆਂ ਆਯੁਰਵੈਦਿਕ ਜਿਹੜੀਆਂ ਮੈਡੀਸਿਨਸ ਵੀ ਹੈਗੀਆਂ ਨੇ ਜਿਹੜੀਆਂ ਪੋਲਿਪਸ ਨੂੰ ਜਿਹੜੀਆਂ ਟ੍ਰੀਟ ਕਰਨ ਲਈ ਹੈਲਪਫੁਲ ਹੁੰਦੀਆਂ? ਉਹ ਓਵਰਆਲ ਬਾਡੀ ਹੀਲਿੰਗ ਦੀ ਹੈਗੀਆਂ ਨੇ ਸਾਰੀਆਂ। ਇੱਦਾਂ ਨਹੀਂ ਹੈ ਕਿ ਸਪੈਸੀਫਿਕਲੀ ਕੋਈ ਪੋਲਿਪ ਵਾਲੀਆਂ ਹੋਣ। ਪੋਲਿਪ ਵਾਲੇ ਵੀ ਹੈਗੇ ਨੇ, ਜਿਵੇਂ ਤੁਹਾਡਾ ਹਰ ਸ਼ਿੰਗਾਰ ਹੈ, ਪਿੱਪਲ ਹੈ, ਅਮਰੂਦ ਹੈ, ਯੂਨੀਵਰਸਲ ਐਂਟੀ ਉਹ ਨੇ ਗੱਠਾਂ ਦੇ, ਐਂਟੀ ਕੈਂਸਰ ਵੀ ਨੇ, ਐਂਟੀ ਉਹ ਵੀ ਨੇ। ਬਾਕੀ ਤੁਹਾਡੇ ਹੈਗੇ ਤੁਲਸੀ ਹੈ, ਨਿੰਮ ਹੈ, ਗਲੋਏ ਹੈ, ਤਾਂ ਹੈਗੇ ਹੀ ਨੇ। ਓਵਰਆਲ ਉਹੀ ਜਿਹੜੀਆਂ ਬੂਟੀਆਂ ਨੇ ਜਿਹੜੀਆਂ ਕਿ ਬਾਕੀ ਬਾਡੀ ਨੂੰ ਠੀਕ ਕਰਦੀਆਂ ਨੇ, ਉਹ ਇਹਦੇ ਵਿੱਚ ਵੀ ਜਿਹੜੀ ਹੈ ਉਹ ਕਾਰਗਰ ਹੁੰਦੀ ਹੈ। ਕਿਉਂਕਿ ਹੀਲਿੰਗ ਜਿਹੜੀ ਹੋਣੀ ਹੈ ਉਹ ਥਰੂ ਹੋਲ ਬਾਡੀ ਹੁੰਦੀ ਹੈ। ਹੀਲਿੰਗ ਕੋਈ ਕਿਸੇ ਪੌਦੇ ਨੇ ਜਾ ਕੇ ਬਿਮਾਰੀ ਨੂੰ ਨਹੀਂ ਕੁਛ ਕਹਿਣਾ। ਨਹੀਂ, ਪਰ ਤੁਸੀਂ ਇੱਕ ਗੱਲ ਦੱਸੀ ਸੀ ਵੀ ਇਹ ਜਿਸ ਤਰ੍ਹਾਂ ਚੀਨੀ ਦੀ ਕਿਸੇ ਚੀਜ਼ ਨੂੰ ਕੀੜੀਆਂ ਖਾਣ ਲੱਗ ਜਾਂਦੀਆਂ ਅਤੇ ਉਸੇ ਤਰ੍ਹਾਂ ਜਿਹੜੀਆਂ ਨੇ ਇਹ ਪੋਲਿਪਸ ਨੂੰ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਮਕੈਨਿਜ਼ਮ ਜਿਹੜਾ ਹੈ ਉਹ ਖਾ ਜਾਂਦਾ। ਕੁਛ ਇਸ ਤਰ੍ਹਾਂ ਦੇ ਆਯੁਰਵੈਦਿਕ ਮੈਡੀਸਨ ਜਾਂ ਕੋਈ ਦਵਾ ਪੌਦੇ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੀ ਹੈਲਪ ਕਰਦੇ ਹੋਣ ਵੀ ਉਹਨੂੰ ਫਾਈਬਰਾਇਡ ਨੂੰ ਜਾਂ ਫਿਰ ਜਿਹੜੀ ਉਹਦੇ ਗੋਲ ਬਲੈਡਰ ਪੋਲਿਪ ਹੋ ਗਿਆ ਜਾਂ ਨੇਜ਼ਲ ਪੋਲਿਪ ਹੋ ਗਿਆ, ਇਸ ਤਰ੍ਹਾਂ ਨੂੰ ਇਹਨਾਂ ਨੂੰ ਕੋਈ ਚੀਜ਼ ਨੂੰ ਖਤਮ ਕਰਨ? ਆਰਗਨ ਵਾਈਜ਼ ਵੀ ਕੁਛ ਚੀਜ਼ਾਂ ਹੈਗੀਆਂ ਨੇ। ਆਰਗਨ ਵਾਈਜ਼ ਵੀ ਜਿਵੇਂ ਨੇਜ਼ਲ ਪੋਲਿਪ ਹੈ, ਇਹਦੇ ਅੰਦਰ ਜਿਹੜੀਆਂ ਕੁਛ ਨੇਜ਼ਲ ਡ੍ਰੌਪਸ ਨੇ ਆਯੁਰਵੇਦਾ ਦੇ, ਅਨੂ ਤੇਲ ਹੈ ਜਾਂ ਉਹ ਹੈਲਪ ਕਰਦੇ ਨੇ। ਇੱਦਾਂ ਹੀ ਕੋਈ ਇੰਟੈਸਟਾਈਨ ਦੀਆਂ ਨੇ, ਉਹਦੇ ਵਾਸਤੇ ਡਿਫਰੈਂਟ ਟਾਈਪ ਦੀਆਂ ਹੋ ਸਕਦੀਆਂ ਨੇ। ਉਹਦੇ ਲਈ ਜਿਵੇਂ ਕੋਈ ਰੈਸਪੀਰੇਟਰੀ ਸਿਸਟਮ ਹੈ, ਭਾਫ ਹੋ ਸਕਦੀ ਹੈ। ਇੱਦਾਂ ਅਲੱਗ-ਅਲੱਗ ਆਰਗਨਾਈਜ਼ ਹੋਣਗੀਆਂ। ਲੇਕਿਨ ਓਲੀਵ ਆਇਲ ਜਿਹੜਾ ਹੈ ਉਹ ਕਿੰਨਾ ਹੈਲਪਫੁਲ ਹੁੰਦਾ, ਜਿਹੜਾ ਉਹ ਓਰੀਜਨਲ ਓਲੀਵ ਆਇਲ? ਦੇਖੋ ਓਲੀਵ ਆਇਲ ਤਾਂ ਵਧੀਆ ਆਇਲ ਹੈ, ਲੇਕਿਨ ਸਾਡਾ ਆਇਲ ਨਹੀਂ ਹੈ। ਸਾਡੇ ਵਾਸਤੇ ਕੋਕੋਨਟ ਆਇਲ ਬੈਟਰ, ਮੱਚ ਬੈਟਰ ਆਇਲ ਹੈ। ਵਰਜਨ ਕੋਕੋਨਟ ਆਇਲ ਜਿਹੜਾ ਵੁੱਡ ਪ੍ਰੈਸਡ ਕਹਿ ਲਓ ਜਾਂ ਕੋਲਡ ਪ੍ਰੈਸਡ ਕਹਿ ਲਓ, ਵਰਜਨ ਕੋਕੋਨਟ ਆਇਲ ਹੈ। ਸਾਡਾ ਸਰੋਂ ਦਾ ਤੇਲ ਆਪਣੇ ਆਪ 'ਚ ਬਹੁਤ ਵੰਡਰਫੁਲ ਹੈ। ਤੁਹਾਡਾ ਅਲਸੀ ਦਾ ਤੇਲ ਹੈ, ਤੁਹਾਡੀ ਮੂੰਗਫਲੀ ਦਾ ਤੇਲ ਹੈ, ਤੁਹਾਡਾ ਜਿਹੜਾ ਹੈ ਇਹ ਤਿਲਾਂ ਦਾ ਤੇਲ ਹੈ। ਇਹ ਤੇਲ ਆਪਣੇ ਆਪ 'ਚ ਓਲੀਵ ਆਇਲ ਸਾਡਾ ਆਪਣਾ ਨਹੀਂ ਹੈ, ਇਸ ਕਰਕੇ ਓਲੀਵ ਆਇਲ 'ਤੇ ਅਸੀਂ ਬਹੁਤਾ ਜ਼ੋਰ ਨਹੀਂ ਦਿੰਦੇ। ਇਹ ਡਾਇਰੈਕਟ ਪੀਣਾ ਸਿੱਧਾ, ਮਤਲਬ ਪੀਣਾ ਹੈਗਾ ਜਾਂ ਕਿਸੇ ਯੂਜ਼ ਕਰਨਾ? ਨਹੀਂ, ਪੀ ਲਓ ਤਾਂ ਜ਼ਿਆਦਾ ਬੈਟਰ ਹੈ। ਕਿ ਪੀਣ ਨਾਲ ਕੀ ਹੁੰਦਾ, ਪੀਣ 'ਚ ਬਾਡੀ ਇੱਕਦਮ ਜਦੋਂ ਬਾਡੀ ਦੇ ਅੰਦਰ ਜਾਂਦਾ ਤਾਂ ਉਹ ਆਪਣਾ ਕੰਮ ਕਰਦਾ। ਫਿਰ ਕਿੰਨਾ ਪੀਣਾ ਅਤੇ ਕਿਹੜੇ ਟਾਈਮ 'ਤੇ ਪੀਣਾ ਹੈ? ਇਹਦੀ ਆਇਲ ਦੀ ਡੋਜ਼ 30 ml ਤੋਂ ਉੱਪਰ ਨਹੀਂ ਹੋਣੀ ਚਾਹੀਦੀ ਡੇਲੀ। 15 ml ਇੱਕ ਟਾਈਮ ਪੀ ਲਿਆ, 15 ml ਸ਼ਾਮ ਨੂੰ ਪੀ ਲਿਆ। ਕੋਸ਼ਿਸ਼ ਕਰਨੀ ਖਾਲੀ ਪੇਟ ਪੀਓ। 30 ml ਤੱਕ ਜਿਹੜੇ ਗੁੱਡ ਆਇਲਸ ਨੇ ਇਹ ਨੁਕਸਾਨ ਨਹੀਂ ਕਰਦੇ, ਉਲਟਾ ਫਾਇਦਾ ਕਰਦੇ ਆ, ਤੁਹਾਡੀ ਬਾਡੀ ਨੂੰ ਸਟਰੋਂਗ ਕਰਦੇ ਆ। ਤਾਂ ਇਸ ਕਰਕੇ ਤੇਲ ਜਿਹੜੇ ਸਾਡੇ ਪੁਰਾਣੇ ਪੁਰਾਤਨ ਜਿਹੜਾ ਗ੍ਰੰਥਾਂ ਦੇ ਅੰਦਰ ਘੀ ਦੀ ਬਹੁਤ ਮਾਤਰਾ ਲਿਖੀ ਗਈ ਹੈ, ਤੇਲਾਂ ਦੀ ਬਹੁਤ ਮਾਤਰਾ ਲਿਖੀ ਗਈ ਹੈ। ਤਾਂ ਉਹ ਹੌਲੀ ਹੌਲੀ ਅਸੀਂ ਸਪੋਇਲ ਕਰ ਲਏ ਸਾਰੇ, ਇੰਡਸਟਰੀਲਾਈਜੇਸ਼ਨ ਕਰਕੇ, ਫੂਡ ਪ੍ਰੋਸੈਸਿੰਗ ਕਰਕੇ। ਲੇਕਿਨ ਆਇਲ ਜਿਹੜੇ ਨੇ ਹੁਣ ਲੇਟਲੀ ਜਿਹੜੀ ਸਾਰੀ ਆਇਲ ਦੀ ਰਿਸਰਚ ਹੈ ਉਹ ਫਿਰ ਉੱਥੇ ਆ ਗਈ ਹੈ ਕਿ ਆਇਲ ਦਾ ਯੂਜ਼ ਜਿਹੜਾ ਬਾਡੀ ਨੂੰ ਬਹੁਤ ਜ਼ਰੂਰੀ ਹੈ। ਪਹਿਲਾਂ ਅਸੀਂ ਐਂਟੀ ਆਇਲ ਕਰਦੇ ਸੀ ਲੋਕ, ਉਹ ਬਹੁਤ ਹੀ ਸਾਰੀ ਰਿਸਰਚ ਜਿਹੜੀ ਉਹ ਗਲਤ ਪ੍ਰੂਵ ਹੋ ਚੁੱਕੀ ਹੈ। ਇਸ ਵੇਲੇ ਜਿਹੜੀ ਲੇਟੈਸਟ ਰਿਸਰਚ ਕਰ ਰਹੀ ਹੈ ਕਿ ਆਇਲ ਜਿਹੜੇ ਨੇ ਉਹ ਅੱਛੇ ਨੇ, ਇਨਕਲੂਡਿੰਗ ਅਗਰ ਦੇਸੀ ਘੀ ਵੀ ਅਗਰ ਅੱਛੀ ਕੁਆਲਿਟੀ ਦਾ ਹੋਵੇ, ਆਰਗੈਨਿਕ ਅਗਰ ਦੁੱਧ ਹੈਗਾ ਉਹਨੂੰ ਦਹੀਂ ਜਮਾ ਕੇ ਮੱਖਣ ਕੱਢ ਕੇ ਫਿਰ ਬਣਾਇਆ ਹੋਵੇ, ਤਾਂ ਇਵਨ ਦੇਸੀ ਗਾਂ ਦਾ ਘਿਓ ਵੀ ਜਿਹੜਾ ਬਹੁਤ ਵੰਡਰਫੁਲ ਜਿਹੜੀ ਹੈ ਤੁਹਾਡੇ ਕੋਲ ਟੂਲ ਹੈਗਾ, ਤੁਸੀਂ ਉਹਨੂੰ ਅਲੱਗ-ਅਲੱਗ ਢੰਗ ਨਾਲ ਯੂਜ਼ ਕਰ ਸਕਦੇ ਹੋ। ਅਤੇ ਅੱਜ ਕੱਲ੍ਹ ਪੰਚਗਵਿਆ 'ਤੇ ਬਹੁਤ ਰਿਸਰਚ ਹੋ ਰਹੀ ਹੈ ਕਿ ਗਾਂ ਦੇ ਬਾਕੀ ਪ੍ਰੋਡਕਟਸ ਜਿਹੜੇ ਨੇ ਇਨਕਲੂਡਿੰਗ ਗੋਬਰ, ਉਹਨੂੰ ਐਜ਼ ਮੈਡੀਸਨ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕ। ਤਾਂ ਉਹਦੇ ਅੰਦਰ ਵੀ ਬਹੁਤ ਵੰਡਰਫੁਲ ਰਿਜ਼ਲਟਸ ਨੇ। ਪੰਚਗਵਿਆ ਦੀਆਂ ਕੁਛ ਚੀਜ਼ਾਂ ਇੱਦਾਂ ਬਣਾ ਲਈਆਂ ਜਾਂਦੀਆਂ ਨੇ ਕਿ ਉਹ ਹਾਰਮ ਨਹੀਂ ਕਰਦੀਆਂ। ਤਾਂ ਉਹ ਵੀ ਪੰਚਗਵਿਆ 'ਤੇ ਵੀ ਬਹੁਤ ਜ਼ਿਆਦਾ ਆਯੁਰਵੇਦ ਦੇ ਅੰਦਰ ਰਿਸਰਚ ਹੋ ਰਹੀ ਹੈ, ਪੰਚਗਵਿਆ ਦੇ ਉੱਪਰ ਵੀ। ਤਾਂ ਇਸ ਕਿਸਮ ਦੇ ਸਾਡੇ ਕੋਲ ਬਹੁਤ ਟੂਲਸ ਨੇ ਜਿਹਨੂੰ ਹੋਲ ਬਾਡੀ ਹੀਲਿੰਗ ਕਰਨੀ ਹੈ ਜਾਂ ਅੱਡ ਬਿਮਾਰੀਆਂ ਨੂੰ ਠੀਕ ਕਰਨਾ। ਤਾਂ ਇਸ ਕਰਕੇ ਮੇਰੇ ਖਿਆਲ 'ਚ ਆਪਾਂ ਨੂੰ ਲਾਸਟ ਮੈਸੇਜ ਇਹੀ ਦੇਣਾ ਚਾਹੀਦਾ ਕਿ ਜਿਹੜਾ ਐਲੋਪੈਥਿਕ ਦਵਾਈਆਂ ਦਾ ਵਰਤਾਰਾ ਅਤੇ ਉਸ ਤੋਂ ਬਾਅਦ ਸਰਜਰੀ ਦਾ ਵਰਤਾਰਾ, ਦੋਨੋਂ ਵਰਤਾਰੇ ਉਦੋਂ ਹੀ ਯੂਜ਼ ਕਰਨੇ ਆ ਜਦੋਂ ਵਾਕਿਆ ਹੀ ਉਹਦੀ ਲੋੜ ਹੋਵੇ। ਅਤੇ ਜੇ ਲੋੜ ਨਹੀਂ ਹੈ, ਆਪਾਂ ਵੇਟ ਕਰ ਸਕਦੇ ਹਾਂ, ਤਾਂ ਫਿਰ ਆਪਾਂ ਨੂੰ ਜਿਹੜੀ ਹੋਲ ਬਾਡੀ ਹੀਲਿੰਗ ਪਹਿਲਾਂ ਕਰਨੀ ਚਾਹੀਦੀ ਹੈ। ਹੋਲ ਬਾਡੀ ਹੀਲਿੰਗ ਅਗਰ ਹੋ ਜਾਵੇਗੀ ਤਾਂ ਬਹੁਤ ਸਾਰੀਆਂ ਗੱਠਾਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਛੋਟੀਆਂ ਹੁੰਦੀਆਂ ਗਾਇਬ ਹੋ ਜਾਣਗੀਆਂ। ਇਸ ਕਰਕੇ ਗੱਠਾਂ ਤੋਂ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ। ਗੱਠ ਦਾ ਪ੍ਰੈਜ਼ੈਂਟ ਹੋਣਾ ਆਪਣੇ ਆਪ 'ਚ ਕੋਈ ਮਹੱਤਵ ਨਹੀਂ ਰੱਖਦਾ, ਉਹ ਗੱਠ ਤੁਹਾਨੂੰ ਕੀ ਕਰ ਰਹੀ ਹੈ। चंडीगढ़ में भारत का पहला इंटीग्रेटेड मेडिकल साइंसेज का हॉस्पिटल शुरू किया गया है जिसका नाम हिम्स रखा गया है। हॉस्पिटल एंड इंस्टीट्यूट ऑफ इंटीग्रेटेड मेडिकल साइंसेज, जहां एलोपैथी, आयुर्वेद, होम्योपैथी, नेचुरोपैथी सब एक ही साथ पेशेंट को ठीक करने के उद्देश्य से काम करती है सारी पैथी। इसमें डॉक्टर विष्णुरूप राय चौधरी, डॉक्टर अमर सिंह आजाद, डॉक्टर अवधेश पांडे, आचार्य मनीष, डॉक्टर खादर फली और इन सब की पूरी नॉलेज, ट्रेनिंग और एजुकेशन को
यूज किया जा रहा है। लीवर फेल हो, किडनी खराब हो, हार्ट की प्रॉब्लम हो, जोड़ों का दर्द हो, ऑटो इम्यून डिजीज हो, स्टेज 4 कैंसर हो, कोई भी ऐसी बीमारी जो डॉक्टर ने आपको लाइलाज बताई हो या आपको कोई ऑपरेशन बताया हो, तो आप हिस हॉस्पिटल हिम्स में संपर्क कर सकते हैं और बीमारी की जड़ पर काम कर सकते हैं। रहना, खाना, पीना सब अरेंजमेंट है। 70 बेड का यह हॉस्पिटल भारत में अपनी तरह का एकमात्र ऐसा हॉस्पिटल है जहां पर पेशेंट को ठीक किया जाता है, पेशेंट को नॉलेज दी जाती है, पेशेंट को पढ़ाया जाता है, पेशेंट को एजुकेट किया जाता है कि कैसे आपको अपनी बीमारी से खुद ही लड़ना है, यानी कि अपना डॉक्टर खुद बनना है। बी योर ऑन डॉक्टर। तो आज जरूरत है ऐसे हिम्स के हॉस्पिटल और क्लिनिक्स की। अभी भारत में पटियाला में, जीरकपुर, चंडीगढ़, डेराबस्सी और दिल्ली में 14 क्लिनिक शुरू हो चुके हैं जहां पर सिर्फ खाना पीना और लाइफस्टाइल को ठीक करके बीमारियों को रिवर्स करना सिखाया जाता है। और एक हॉस्पिटल डेराबस्सी जो चंडीगढ़ में है वो शुरू हो चुका है। ये सब हिम्स के नाम से काम कर रहे हैं। तो अगर आप भी किसी गंभीर बीमारी से परेशान हैं तो जल्द संपर्क करें हिम्स हॉस्पिटल चंडीगढ़ में। ਕੀ ੜਕਾ ਕੀ ਹੈ ਤੁਹਾਡੇ ਸਰੀਰ ਨੂੰ ਡਿਸਟਰਬ ਕਿਵੇਂ ਕਰ ਰਹੀ ਉਹ ਜ਼ਿਆਦਾ ਇੰਪੋਰਟੈਂਟ ਹੈ। ਡਾਕਟਰ ਸਾਹਿਬ ਤੁਸੀਂ ਪੋਲਿਪਸ ਯਾਨੀ ਕਿ ਸਰੀਰ ਦੇ ਵਿੱਚ ਪੈਦਾ ਹੋਈਆਂ ਗੱਠਾਂ ਦੇ ਸੰਬੰਧੀ ਜਿਹੜੀ ਆ ਵਿਸਥਾਰ ਨਾਲ ਜਾਣਕਾਰੀ ਦਿੱਤੀ, ਕਿਉਂ ਹੁੰਦੀਆਂ ਨੇ, ਕੀ ਕਾਰਨ ਇਹਦੇ ਹੈਗੇ ਨੇ, ਗੱਠਾਂ ਜੇ ਹੋ ਜਾਣ ਕਿਹੜੀਆਂ ਗੱਠਾਂ ਤੋਂ ਸਾਨੂੰ ਡਰਨਾ ਚਾਹੀਦਾ, ਇਹ ਸਾਰਾ ਤੁਸੀਂ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਜੀ। ਸੋ ਸਨ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਪੋਲਿਪਸ ਯਾਨੀ ਕਿ ਸਰੀਰ ਦੇ ਅੰਦਰ ਪੈਦਾ ਹੋਣ ਵਾਲੀਆਂ ਗੱਠਾਂ ਦੇ ਸੰਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਕਿਹੜੀਆਂ ਗੱਠਾਂ ਸਾਡੇ ਸਰੀਰ ਦੇ ਵਿੱਚ ਖਤਰਨਾਕ ਹੁੰਦੀਆਂ ਨੇ, ਗੱਠਾਂ ਪੈਦਾ ਕਿਉਂ ਹੁੰਦੀਆਂ ਨੇ, ਉਹਦੇ ਕੀ ਕਾਰਨ ਹੁੰਦੇ ਨੇ, ਸਰੀਰ ਦਾ ਮਕੈਨਿਜ਼ਮ ਜਿਹੜਾ ਮੈਸੇਜ ਦੇਣ ਵਾਲਾ ਮਕੈਨਿਜ਼ਮ ਹੈ, ਸੁਨੇਹਾ ਜਿਹੜਾ ਦਿੰਦਾ ਅੰਗ ਉਸ ਸੈੱਲ ਨੂੰ, ਉਸ ਕੋਸ਼ਿਕਾ ਨੂੰ ਆਪਾਂ ਜੇ ਹਿੰਦੀ 'ਚ ਕਹੀਏ ਤਾਂ ਕਿ ਤੇਰੀ ਹੁਣ ਜ਼ਰੂਰਤ ਨਹੀਂ ਹੈ, ਹੁਣ ਤੂੰ ਇਸ ਤੇਰਾ ਰੋਲ ਖਤਮ ਹੋ ਗਿਆ, ਹੁਣ ਤੂੰ ਚਲਾ ਜਾ, ਤੂੰ ਮਰ ਜਾ, ਤੂੰ ਖਤਮ ਹੋ ਜਾ। ਪਰ ਜਦੋਂ ਉਹ ਮਕੈਨਿਜ਼ਮ ਵੀਕ ਹੁੰਦਾ ਤਾਂ ਉਹ ਸੈੱਲ ਨੂੰ ਮੈਸੇਜ ਨਹੀਂ ਪਹੁੰਚਦਾ ਅਤੇ ਫਿਰ ਉਹ ਸੈੱਲ ਜਿਹੜਾ ਉਹ ਜਾਣ ਤੋਂ, ਖਤਮ ਹੋਣ ਤੋਂ ਇਨਕਾਰ ਕਰ ਦਿੰਦਾ ਅਤੇ ਉਹ ਲੋੜ ਉਹਦੀ ਹੁੰਦੀ ਨਹੀਂ ਅਤੇ ਉਹੀ ਜਿਹੜਾ ਅੱਗੇ ਮਲਟੀਪਲਾਈ ਹੋ ਕੇ ਉਹ ਗੱਠ ਦਾ ਰੂਪ ਧਾਰਨ ਕਰ ਦਿੰਦਾ। ਮਕੈਨਿਜ਼ਮ ਬਾਡੀ ਦਾ ਉਹਨੂੰ ਘੇਰ ਕੇ ਰੱਖਦਾ ਪਰ ਇਹਦੇ ਬਾਵਜੂਦ ਵੀ ਉਹ ਮਲਟੀਪਲਾਈ ਕਰੀ ਜਾਂਦਾ ਅਤੇ ਉਹ ਗੱਠਾਂ ਦਾ ਰੂਪ ਧਾਰ ਜਾਂਦਾ। ਬਹੁਤ ਸਾਰੀਆਂ ਜਿਹੜੀਆਂ ਗੱਠਾਂ ਨੇ ਅੱਗੇ ਚੱਲ ਕੇ ਕੈਂਸਰ ਦਾ ਰੂਪ ਵੀ ਲੈ ਲੈਂਦੀਆਂ ਨੇ ਅਤੇ ਬਹੁਤ ਸਾਰੀਆਂ ਗੱਠਾਂ ਜਿਹੜੀਆਂ ਨੇ ਕਹਿੰਦੀਆਂ ਕੁਛ ਨਹੀਂ, ਜਿਵੇਂ ਸਕਿਨ ਦੇ ਅੰਦਰ ਹੈਗੀਆਂ ਨੇ, ਪਰ ਉਹ ਰੜਕਦੀਆਂ ਨੇ, ਇਸ ਕਰਕੇ ਜਿਹੜੀਆਂ ਉਹ ਆਪਾਂ ਨੂੰ ਟੈਨਸ਼ਨ ਦਾ ਕਾਰਨ ਬਣਦੀਆਂ ਨੇ। ਲੇਕਿਨ ਬਹੁਤ ਸਾਰੇ ਤਰੀਕੇ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਨੇ ਇਹ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਘਰ ਬੈਠੇ ਹੀ ਬਿਨਾਂ ਡਾਕਟਰ ਦੇ ਕੋਲ ਜਾਇਆ ਹੀ ਅਸੀਂ ਜਿਹੜੀਆਂ ਗੱਠਾਂ ਤੋਂ ਨਿਜਾਤ ਪਾ ਸਕਦੇ ਹਾਂ। ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਜਾ ਕੇ ਗੱਠਾਂ ਦੇ ਸੰਬੰਧੀ ਟੈਨਸ਼ਨ ਕਰਨੀ ਚਾਹੀਦੀ ਹੈ ਵੀ ਇਹ ਗੱਠ ਸਾਨੂੰ ਖਤਰਨਾਕ ਹੋ ਸਕਦੀ ਹੈ, ਅਤੇ ਕਦੋਂ ਜਾ ਕੇ ਇਸੀ ਸਟੇਜ ਦੇ ਵਿੱਚ ਪਹੁੰਚੀਏ ਵੀ ਜਦੋਂ ਜਾ ਕੇ ਸਰਜਰੀ ਕਰਾਉਣੀ, ਆਪਰੇਸ਼ਨ ਕਰਾਉਣਾ ਸਾਨੂੰ ਜ਼ਰੂਰੀ ਹੁੰਦਾ। ਅਤੇ ਉਸ ਤੋਂ ਪਹਿਲਾਂ ਅਸੀਂ ਕੀ ਕਰਨਾ, ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਅਸੀਂ ਇਹਨਾਂ ਗੱਠਾਂ ਤੋਂ ਨਿਜਾਤ ਪਾ ਸਕਦੇ ਹਾਂ, ਪੂਰੀ ਜਾਣਕਾਰੀ ਦਿੱਤੀ ਹੈ। ਅਤੇ ਮੈਨੂੰ ਲੱਗਦਾ ਕਿ ਇਹ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਜ਼ਰੂਰ ਪਸੰਦ ਆਏਗੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਹੈ, ਇਸ ਸੰਬੰਧੀ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਕਿਉਂਕਿ ਜੇਕਰ ਕੋਈ ਇੱਕ ਵਿਅਕਤੀ ਵੀ ਇਸ ਵੀਡੀਓ ਨੂੰ ਦੇਖ ਕੇ ਇਹਨਾਂ ਗੱਠਾਂ ਸੰਬੰਧੀ, ਕੋਈ ਖਤਰਨਾਕ ਗੱਠਾਂ ਸੰਬੰਧੀ ਆਪਣਾ ਉਪਾਅ ਕਰਕੇ ਜਾਂ ਡਾਕਟਰ ਅਮਰ ਸਿੰਘ ਆਜ਼ਾਦ ਵਰਗੇ ਕਿਸੇ ਸੀਨੀਅਰ ਡਾਕਟਰ ਦੇ ਨਾਲ ਕੰਸਲਟ ਕਰਕੇ ਆਪਣੀਆਂ ਗੱਠਾਂ ਤੋਂ ਨਿਜਾਤ ਪਾਉਂਦਾ, ਬਿਮਾਰੀ ਤੋਂ ਛੁਟਕਾਰਾ ਪਾਉਂਦਾ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।